मन साचा पावै तन तन कलत सब देख अभिमाना बिन नामै किछ संग न जाना रहाओ। कीच रस भोग खुशियाँ मन केरी तन लोकां तन पस में टेरी खाकू खाक रल सब फैल बिन शब्द नहीं उतर मैल। गीत राग कन तालस के कूरे त्रिह गुण उपजै बिनस दूरे। दूजी दुर्मत दर्द न जाए छूटै नाम गुरमुख दारू गुण गाए। तोती ऊजल तिलक गल माला अंतर क्रोध पड़े नाटशाला। नाम विसार माया मद पिया बिन गुर भगत नाही सुख थिया। शूकर स्वान गर्दभ मंजारा पशु मलेश नीच चंडाला। गुर ते मोह फेरे तिन जोन पवाइय बंधन बांधिया आइय जाइय। गुर सेवा ते लह पदार्थ हृदय नाम सदा किरतार्थ। साची दरगह पूछ न होए माने हुक्म सीजै दर सोए। सतगुर मिलै तां तिसका जानै रह रजाई हुक्म पछाणै। हुक्म पछाण सच्चै दरबास का
काल बिकाल शब्द भै नाश रह अतीत जाने सब तिसका तन मन अर्पै है एह जिसका ना ओह आवे ना ओह जाए नानक साचे साच समाए ना ओह आवे ना ओह जाए नानक साचे साच समाए। वाहिगुरु जी का खालसा वाहिगुरु जी की फतेह। इस पावन शब्द दी विचार सत्कारयोग सिंह साहिब ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। ਅੱਜ ਦੂਸਰਾ ਦਿਨ ਹੈ ਔਰ ਇਹਨਾਂ ਦੀ ਵਿਦਾਇਗੀ ਵੀ ਹੈ ਔਰ ਕੱਲ ਗੁਰੂ ਨੌਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ इन्हां दी कथा दी हाज़री होवेगी। सो संगत वालों प्रबंधक सेवादारा वालों बहुत बहुत सिंह साहब जी का धन्यवाद। 21 तरीक शाम नूं जो साका चमकौर है चमकौर साहब की गढ़ी दी उस जंग विच गुरु के वड्डे लाल ते जो सिंह शहीद होए ने उन्हां दी मिठी याद इस पावन दरबार विच शामी सोदर रहरा साहब जी दे पाठ तो लैके देर तक रात मनाई जाएगी। फिर 26 तरीक नूं गुरु के छोटे लालां दा माता गुजरी जी दा जो असी शहीदी जोड़ मेला हर साल मनाउने आ वो हर साल की तरह गुरुद्वारा माता सुंदरी जी विखे शरदा सत्कार दे नाल मनाया जाएगा। फिर गुरु कलगीधर पातशाह जी का पवित्र प्रकाश गुरपुरब जो 28 तरीक नूं है 28 तरीक नूं नगर कीर्तन सजेगा। फिर 29 तरीक नूं रकाबगंज साहब विशेष गुरमत समागम होणगे। आप जी ने हाजरियां भर के सेवा करके गुरु की बख्शिशां प्राप्त करनियां जी। आओ सिंह साहब जी पासों गुरबाणी विचार सरवण करिए। वाहिगुरु जी का खालसा वाहिगुरु जी की फतेह। वाहिगुरु साहिब जी दोए कर जोड़ मांगो एक दाना साहिब तुठै पावा सास सास नानक आराधे आठ पहर गुण गावा ना हाउ जति सती नहीं पढ़िया मूर्ख मुगदा जन्म पाया प्राणवत नानक तिन की सरना जिन तू नाही विसरिया
ਪ੍ਰਾਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ। ਬਿਲਾਵਲ ਮਹੱਲਾ ਪਹਿਲਾ। ਮਨ ਕਾ ਕਹਿਆ ਮਨਸਾ ਕਰੈ, ਇਹੋ ਮਨ ਪੁੰਨ ਪਾਪ ਉਚਰੈ। ਮਨ ਕਾ ਕਹਿਆ ਮਨਸਾ ਕਰੈ, ਇਹੋ ਮਨ ਪੁੰਨ ਪਾਪ ਉਚਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੁੜ ਬੈਠੇ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਧੁਰ ਕੀ ਬਾਣੀ ਦੀ ਲੜੀਵਾਰ ਚੱਲ ਰਹੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ, ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਨੇ ਰਾਗ ਬਿਲਾਵਲ ਦੇ ਅੰਦਰ ਇਹ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਸ਼ਬਦ ਦਾ ਸਾਰਾ ਪਾਠ ਆਪ ਜੀਆਂ ਨੇ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਦੇ ਪਾਸੋਂ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਅਸ਼ਟਪਦੀਆਂ ਦੇ ਰੂਪ ਵਿੱਚ ਇਹ ਦੂਜਾ ਸ਼ਬਦ ਉਚਾਰਨ ਕਰਦੇ ਹਨ। ਕੁਝ ਵਿਦਵਾਨਾਂ ਦੀ ਵਿਚਾਰ ਹੈ ਕਿ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਦੋਵੇਂ ਸ਼ਬਦ ਦੱਖਣ ਦੀ ਧਰਤੀ ਤੇ ਸਿੱਧਾਂ ਦਾ ਇੱਕ ਅਸਥਾਨ ਹੈ ਜਿਸ ਨੂੰ ਤੀ ਕਹਿੰਦੇ ਨੇ। ਉਸ ਸਥਾਨ ਤੇ ਬਹੁਤ ਸਾਰੇ ਵਿਦਵਾਨ ਪੰਡਿਤ ਰਹਿੰਦੇ ਸਨ। ਉਹਨਾਂ ਦੇ ਨਾਲ ਗਿਆਨ ਗੋਸ਼ਟੀ ਕਰਦਿਆਂ ਉਚਾਰਨ ਕੀਤੇ ਹਨ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਜੀਵ ਨੂੰ ਸਮਝਾਇਆ ਹੈ ਕਿ ਤੂੰ ਕਦੀ ਆਪਣੇ ਸਰੀਰ ਦਾ ਹੰਕਾਰ ਕਰਦਾ ਹੈ, ਕਦੇ ਧਨ ਪਦਾਰਥ ਦਾ ਹੰਕਾਰ ਕਰਦਾ ਹੈ, ਕਦੇ ਇਸਤਰੀ ਦਾ ਹੰਕਾਰ। ਭਾਵ ਇਹਨਾਂ ਸਾਰਿਆਂ ਨੂੰ ਵੇਖ ਕਰਕੇ ਤੇਰੇ ਮਨ ਵਿੱਚ ਅਭਿਮਾਨ ਪੈਦਾ ਹੁੰਦਾ ਹੈ। ਪਰ ਯਾਦ ਰੱਖ,
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਗੈਰ ਨਾਲ ਕੁਛ ਵੀ ਨਹੀਂ ਜਾਣਾ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਜੀ ਕਹਿੰਦੇ ਇਹ ਮਨੁੱਖਾ ਦੇਹੀ ਪਰਮਾਤਮਾ ਨਾਲ ਇੱਕ ਮਿਕ ਹੋਣ ਵਾਸਤੇ ਪ੍ਰਾਪਤ ਹੋਈ ਹੈ, ਪਰ ਹੇ ਮਨੁੱਖ, ਜਿਹੜੇ ਤੂੰ ਸੰਸਾਰ ਦੇ ਕਾਰੋ ਵਿਹਾਰ ਆਰੰਭੀ ਬੈਠਾ ਹੈ, ਇਹ ਤੇਰੇ ਨਾਲ ਨਹੀਂ ਨਿਭਣੇ, ਇਹ ਤੇਰੇ ਕਿਸੇ ਅਰਥ ਨਹੀਂ। ਇਸੇ ਕਰਕੇ ਹੀ ਭਗਤਾਂ ਨੇ ਵੀ ਗੁਰਬਾਣੀ ਵਿੱਚ ਦਰਸਾਇਆ ਹੈ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਇੱਕ ਘੜੀ ਅੱਧੀ ਤੋਂ ਅੱਧੀ ਘੜੀ ਦਾ ਸਮਾਂ ਗੁਰੂ ਕੀ ਸੰਗਤ ਵਿੱਚ ਆ ਕੇ ਗੁਰੂ ਕੀ ਬਾਣੀ ਦਾ ਕੀਰਤਨ ਸੰਗਤ ਨਾਲ ਮਿਲ ਕੇ ਸਿਮਰਨ ਭਜਨ ਕਰਿਆ ਕਰ। ਇਹ ਤੇਰੇ ਜੀਵਨ ਦਾ ਬਹੁਤ ਵੱਡਾ ਤੈਨੂੰ ਲਾਭ ਪ੍ਰਾਪਤ ਹੋਵੇਗਾ। ਪਰ ਕਈ ਵਾਰ ਜੀਵ ਇਹ ਗੱਲ ਕਹਿ ਦਿੰਦਾ ਹੈ ਵੀ ਮੇਰੇ ਤਾਂ ਕੰਮ ਹੀ ਇੰਨੇ ਨੇ, ਸਿਰ ਖੁਰਕਣਾ ਨਹੀਂ ਮਿਲਦਾ, ਵੇਲ ਨਹੀਂ ਮਿਲਦਾ, ਸੰਗਤ ਵਿੱਚ ਕਿਹੜੇ ਟਾਈਮ ਆਵਾਂ, ਬਾਣੀ ਕਿਹੜੇ ਟਾਈਮ ਪੜ੍ਹਾਂ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸਾਰਾ ਜੰਜਾਲ ਹੈ। ਜੀਵ ਇਹ ਮੋਹ ਦੇ ਜਾਲ ਵਿੱਚ ਫਸਿਆ ਹੋਇਆ ਹੈ। ਹਜੂਰ ਕਹਿੰਦੇ ਕਿਆ ਤੂੰ ਰੱਤਾ ਗ੍ਰਿਸਤ ਸਿਉ, ਸਭ ਫੁੱਲਾਂ ਕੀ ਬਾਗਾਤ। ਹਜੂਰ ਕਹਿੰਦੇ ਤੂੰ ਗ੍ਰਿਸਤ ਦੇ ਨਾਲ ਕੀ ਚੰਬੜਿਆ ਹੋਇਆ ਹੈ। ਇਹ ਤਾਂ ਭਾਈ ਇੱਕ ਫੁੱਲਾਂ ਦਾ ਬਗੀਚਾ ਹੈ। ਜਿਵੇਂ ਮਾਲੀ ਤਰ੍ਹਾਂ ਤਰ੍ਹਾਂ ਦੇ ਬੂਟੇ ਲਾਉਂਦਾ ਹੈ, ਪਰ ਕਈ ਵਾਰ ਜਦੋਂ ਹਵਾ ਤੇਜ਼ ਚੱਲਦੀ ਹੈ, ਉਹਨਾਂ ਨਾਲ ਲੱਗੇ ਹੋਏ ਫੁੱਲ ਜਿਹੜੇ ਨੇ, ਬੂਟਿਆਂ ਨਾਲ ਲੱਗੇ ਹੋਏ ਫੁੱਲ ਉਹ ਟੁੱਟ ਜਾਂਦੇ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ, ਜਦੋਂ ਮੌਤ ਰੂਪੀ ਹਵਾ ਚੱਲਦੀ ਹੈ, ਇਹ ਗ੍ਰਸਤ ਰੂਪੀ ਬਗੀਚੇ ਵਿੱਚੋਂ ਜੀਵ ਰੂਪੀ ਫੁੱਲ ਟੁੱਟ ਜਾਂਦੇ ਨੇ ਤੇ ਫਿਰ ਜੀਵ ਦੁਖੀ ਹੁੰਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਸਾਨੂੰ ਇਹ ਵੀ ਦਰਸਾਇਆ ਹੈ, ਪੁੱਤਰ ਕਲੱਤਰ ਵਿੱਚੇ ਗਤ ਪਾਈ। ਪਰਿਵਾਰ ਦੇ ਵਿੱਚ ਰਹਿ ਕੇ ਅੰਮ੍ਰਿਤ ਵੇਲਾ ਸੰਭਾਲਣਾ, ਅੰਮ੍ਰਿਤ ਵੇਲੇ ਉੱਠਣਾ, ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾਣਾ। ਤੇ ਸਤਿਗੁਰੂ ਜੀ ਕਹਿੰਦੇ ਨੇ ਇਉਂ ਪਰਿਵਾਰ ਵਿੱਚ ਰਹਿੰਦਿਆਂ ਹੀ ਹੇ ਜੀਵ ਤੂੰ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ। ਪਰਿਵਾਰ ਨੂੰ ਛੱਡ ਕੇ ਵੀ ਨਹੀਂ ਜਾਣਾ, ਪਰ ਪਰਿਵਾਰ ਦੀ ਦਲਦਲ ਦੇ ਵਿੱਚ ਫਸਣਾ ਵੀ ਨਹੀਂ। ਸਤਿਗੁਰਾਂ ਨੇ ਗੁਰਬਾਣੀ ਵਿੱਚ ਕੁਝ ਉਦਾਹਰਨਾਂ ਵੀ ਦਿੱਤੀਆਂ ਨੇ। ਹਜੂਰ ਕਹਿੰਦੇ ਜਿਵੇਂ ਕਮਲ ਦਾ ਫੁੱਲ ਹੈ, ਇਹ ਪਾਣੀ ਵਿੱਚ ਰਹਿੰਦਾ ਹੈ, ਪਰ ਜਿਵੇਂ ਜਿਵੇਂ ਪਾਣੀ ਵੱਧਦਾ ਹੈ, ਤਿਵੇਂ ਤਿਵੇਂ ਕਮਲ ਦਾ ਫੁੱਲ ਪਾਣੀ ਤੋਂ ਉੱਪਰ ਉੱਠ ਜਾਂਦਾ ਹੈ, ਉਹ ਪਾਣੀ ਵਿੱਚ ਡੁੱਬਦਾ ਨਹੀਂ।
ਜਿਵੇਂ ਮੁਰਗਾਈ ਪਾਣੀ ਦੇ ਉੱਤੇ ਤੈਰਦੀ ਹੈ ਤੇ ਸਾਧ ਸੰਗਤ ਜਿਵੇਂ ਜਿਵੇਂ ਪਾਣੀ ਉੱਪਰ ਨੂੰ ਉੱਠਦਾ ਹੈ ਤਿਵੇਂ ਤਿਵੇਂ ਉਹ ਮੁਰਗਾਈ ਵੀ ਉੱਪਰ ਉੱਠ ਜਾਂਦੀ ਹੈ, ਉਹ ਪਾਣੀ ਵਿੱਚ ਡੁੱਬਦੀ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਹੇ ਮਨੁੱਖ ਤੂੰ ਪਰਿਵਾਰ ਵਿੱਚ ਰਹਿਣਾ, ਜਿਵੇਂ ਜਿਵੇਂ ਪਰਿਵਾਰ ਦਾ ਮੋਹ ਰੂਪੀ ਪਾਣੀ ਉੱਪਰ ਨੂੰ ਉੱਠੇ ਤਿਵੇਂ ਤਿਵੇਂ ਤੂੰ ਸਿਮਰਨ ਭਜਨ ਨਾਲ ਜੁੜ ਕੇ ਹੋਰ ਉੱਪਰ ਉੱਠਣਾ ਹੈ। ਰਹਿਣਾ ਪਰਿਵਾਰ ਵਿੱਚ ਹੈ, ਜਿਵੇਂ ਕਮਲ ਦਾ ਫੁੱਲ ਤੇ ਮੁਰਗਾਈ ਪਾਣੀ ਵਿੱਚ ਹੀ ਰਹਿੰਦੇ ਨੇ, ਇਸੇ ਤਰ੍ਹਾਂ ਹਜੂਰ ਕਹਿੰਦੇ ਰਹਿਣਾ ਪਰਿਵਾਰ ਵਿੱਚ ਹੈ। ਪਰਿਵਾਰ ਨੂੰ ਛੱਡ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਜੰਗਲਾਂ ਵਿੱਚ ਨਹੀਂ ਭਰਮਣ ਕਰਨਾ, ਔਰ ਪਰਿਵਾਰ ਵਿੱਚ ਰਹਿ ਕੇ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੈ। ਪਰ ਕਈ ਵਾਰ ਮਨੁੱਖ ਇਸ ਪਾਸਿਓਂ ਅਚੇਤ ਹੋ ਜਾਂਦਾ ਹੈ। ਜਿਸ ਮਕਸਦ ਵਾਸਤੇ, ਜਿਸ ਪ੍ਰਯੋਜਨ ਵਾਸਤੇ ਜੀਵ ਸੰਸਾਰ ਵਿੱਚ ਆਉਂਦਾ ਹੈ, ਉਹ ਆਪਣੇ ਮਕਸਦ ਨੂੰ, ਆਪਣੇ ਪ੍ਰਯੋਜਨ ਨੂੰ ਭੁੱਲ ਜਾਂਦਾ ਹੈ। ਉਹ ਕੇਵਲ ਸੰਸਾਰ ਦੇ ਨਾਲ ਹੀ ਆਪਣੀ ਸਾਂਝ ਪਾ ਬੈਠਦਾ ਹੈ। ਪਰ ਹਜੂਰ ਕਹਿੰਦੇ ਨੇ ਕਾਕੋ ਮਾਤ ਪਿਤਾ ਕਹੋ ਕਾਕੋ। ਸਤਿਗੁਰੂ ਜੀ ਕਹਿੰਦੇ ਨੇ ਭਾਈ ਮਾਤਾ ਪਿਤਾ ਕਿਸ ਦਾ ਹੈ? ਭਾਵ ਇਹ ਸਾਰੇ ਜਿੰਨੇ ਵੀ ਰਿਸ਼ਤੇਦਾਰ ਪਰਿਵਾਰ ਸਾਨੂੰ ਪ੍ਰਾਪਤ ਹੋਇਆ ਹੈ ਨਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ। ਇਹ ਸਾਰੇ ਪੂਰਬਲੇ ਸੰਜੋਗ ਕਰਮਾਂ ਕਰਕੇ ਸਾਨੂੰ ਇੱਥੇ ਮਿਲੇ ਨੇ। ਪੁੱਤਰ ਧੀਆਂ, ਔਰਤ, ਰਿਸ਼ਤੇਦਾਰ, ਸੱਜਣ ਮਿੱਤਰ, ਇਹ ਸਾਰੇ ਪੂਰਬਲੇ ਸੰਜੋਗਾਂ ਕਰਕੇ ਮਿਲੇ ਨੇ। ਪਰ ਹਜੂਰ ਕਹਿੰਦੇ ਅੰਤਹਿ ਕੋ ਨਾ ਸਹਾਈ। ਅੰਤ ਨੂੰ ਸਾਧ ਸੰਗਤ ਜੀ ਇਹਨਾਂ ਵਿੱਚੋਂ ਸਾਡੀ ਸਹਾਇਤਾ ਕਰਨ ਵਾਲਾ ਕੋਈ ਨਹੀਂ। ਕਿਸੇ ਨੇ ਵੀ ਸਾਡੀ ਬਾਂਹ ਨਹੀਂ ਫੜਨੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਗ ਤਲੰਗ ਵਿੱਚ ਵੀ ਜ਼ਿਕਰ ਕੀਤਾ ਹੈ। ਹਜੂਰ ਕਹਿੰਦੇ ਨੇ ਜਨ ਪਿਛਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਤੂੰ ਆਪਣੇ ਬਣਾਈ ਬੈਠਾ ਹੈ, ਆਪਣੇ ਸਮਝੀ ਬੈਠਾ ਹੈ, ਪਿਤਾ, ਔਰਤ, ਪੁੱਤਰ, ਇਹਨਾਂ ਨੇ ਤੇਰਾ ਹੱਥ ਨਹੀਂ ਫੜਨਾ। ਇਹਨਾਂ ਨੇ ਤੇਰੀ ਅੰਤ ਨੂੰ ਸਹਾਇਤਾ ਨਹੀਂ ਕਰਨੀ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਇਹਨਾਂ ਦਾ ਅਭਿਮਾਨ ਵੀ ਨਾ ਕਰ, ਇਹਨਾਂ ਦਾ ਹੰਕਾਰ ਨਾ ਕਰ ਕਿ ਮੇਰਾ ਸਰੀਰ ਸੋਹਣਾ ਹੈ, ਮੇਰੇ ਕੋਲ ਧਨ ਪਦਾਰਥ ਬਹੁਤ ਹੈ, ਮੇਰਾ ਪਰਿਵਾਰ ਚੰਗਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਨਾਂ ਦਾ ਹੰਕਾਰ ਨਾ ਕਰ, ਨਾਲ ਕੇਵਲ ਪਰਮੇਸ਼ਰ ਦਾ ਨਾਮ ਜਾਣਾ ਹੈ। ਸਾਧ ਸੰਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਇੱਕ ਸਾਖੀ ਆਉਂਦੀ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਲਾਹੌਰ ਗਏ ਤਾਂ ਇਤਿਹਾਸ ਨੇ ਦਰਸਾਇਆ ਕਿ ਉਸ ਵੇਲੇ ਦੁਨੀ ਚੰਦ ਦੇ ਪਾਸ 7 ਲੱਖ ਰੁਪਈਆ ਸੀ। ਉਸ ਸਮੇਂ ਉਹ 7 ਲੱਖ ਰੁਪਈਆ 7 ਅਰਬ ਵਰਗਾ ਹੋਵੇਗਾ ਅੱਜ ਦੇ ਸਮੇਂ ਅੰਦਰ। ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੁਨੀ ਚੰਦ ਨੂੰ
ਤੁਰਨ ਲੱਗਿਆ ਇੱਕ ਸੂਈ ਦਿੱਤੀ। ਕਹਿਣ ਲੱਗੇ ਆ ਸੂਈ ਸੰਭਾਲ ਕੇ ਰੱਖ, ਅਸੀਂ ਪਰਲੋਕ ਵਿੱਚ ਤੇਰੇ ਪਾਸੋਂ ਲੈ ਲਵਾਂਗੇ। ਦੁਨੀ ਚੰਦ ਸੂਈ ਲੈ ਕੇ ਘਰ ਆਇਆ। ਘਰ ਵਾਲੀ ਨੂੰ ਕਹਿਣ ਲੱਗਾ, ਭਾਗਵਾਨੇ, ਗੁਰੂ ਨਾਨਕ ਸਾਹਿਬ ਜੀ ਨੇ ਆ ਸੂਈ ਦਿੱਤੀ ਹੈ ਤੇ ਇਹ ਸੰਭਾਲ ਕੇ ਰੱਖੀ। ਇਹ ਗੁਰੂ ਨਾਨਕ ਸਾਹਿਬ ਜੀ ਦੀ ਅਮਾਨਤ ਹੈ। ਇਹ ਆਪਾਂ ਵਾਪਸ ਗੁਰੂ ਨਾਨਕ ਸਾਹਿਬ ਜੀ ਨੂੰ ਪਰਲੋਕ ਵਿੱਚ ਦੇਣੀ ਹੈ। ਘਰਵਾਲੀ ਸਿਆਣੀ ਸੀ, ਕਹਿਣ ਲੱਗੀ, ਪਤੀ ਦੇਵ, ਪਰਲੋਕ ਵਿੱਚ ਤਾਂ ਆ ਸਰੀਰ ਵੀ ਨਾਲ ਨਹੀਂ ਜਾਣਾ ਤੇ ਸੂਈ ਆਪਣੇ ਨਾਲ ਕਿਵੇਂ ਜਾਵੇਗੀ? ਜਾਓ, ਹੁਣੇ ਹੀ ਤੁਸੀਂ ਇਹ ਸੂਈ ਗੁਰੂ ਨਾਨਕ ਸਾਹਿਬ ਜੀ ਨੂੰ ਵਾਪਸ ਕਰਕੇ ਆਓ। ਦੁਨੀ ਚੰਦ ਵਾਪਸ ਗਿਆ। ਜਾ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ ਤੇ ਕਹਿਣ ਲੱਗਾ, ਮਹਾਰਾਜ, ਪਰਲੋਕ ਵਿੱਚ ਤਾਂ ਸਰੀਰ ਵੀ ਨਾਲ ਨਹੀਂ ਜਾਂਦਾ ਤੇ ਤੁਹਾਡੀ ਆ ਦਿੱਤੀ ਹੋਈ ਸੂਈ ਮੈਂ ਕਿਵੇਂ ਨਾਲ ਲੈ ਕੇ ਜਾਵਾਂਗਾ? ਮਹਾਰਾਜ, ਤੁਸੀਂ ਆਪਣੀ ਸੂਈ ਸੰਭਾਲ ਲਵੋ। ਹਜੂਰ ਨੇ ਵੇਖਿਆ ਵੀ ਹੁਣ ਲੋਹਾ ਗਰਮ ਹੋਇਆ ਹੈ, ਸੱਟ ਮਾਰਿਆ ਇਹ ਪੱਧਰਾ ਹੋ ਜਾਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਦੁਨੀ ਚੰਦ, ਜੇ ਸਰੀਰ ਨਾਲ ਨਹੀਂ ਜਾਂਦਾ, ਸੂਈ ਨਾਲ ਨਹੀਂ ਜਾ ਸਕਦੀ, ਤੇ ਜਿਹੜਾ ਤੂੰ 7 ਲੱਖ ਰੁਪਈਆ ਇਕੱਠਾ ਕੀਤਾ ਹੈ, ਕੀ ਇਹ ਤੇਰੇ ਨਾਲ ਚਲੇ ਜਾਵੇਗਾ? ਗਿਆਨ ਹੋ ਗਿਆ। ਕਹਿਣ ਲੱਗਾ, ਨਹੀਂ ਪਾਤਸ਼ਾਹ, ਇਹ ਵੀ ਨਾਲ ਨਹੀਂ ਜਾਣਾ। ਤੇ ਹਜੂਰ ਕਹਿਣ ਲੱਗੇ, ਫਿਰ ਸਾਂਭ ਕੇ ਕਾਹਦੇ ਵਾਸਤੇ ਰੱਖਿਆ ਹੈ? ਤੂੰ ਇਹ ਗਰੀਬਾਂ ਵਿੱਚ ਵੰਡ ਦੇ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਇਤਿਹਾਸ ਨੇ ਜ਼ਿਕਰ ਕੀਤਾ ਵੀ ਉਹਨੇ ਉਹ ਮਾਇਆ ਜਿਹੜੀ ਸੀ ਗਰੀਬਾਂ ਦੇ ਵਿੱਚ ਵਰਤਾ ਦਿੱਤੀ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ, ਹਜੂਰ ਦੇ ਜੀਵਨ ਵਿੱਚ ਹੋਰ ਵੀ ਘਟਨਾ ਆਉਂਦੀ ਹੈ ਵੀ ਜਦੋਂ ਕਾਰੂ ਬਾਦਸ਼ਾਹ ਦੇ ਪਾਸ ਗਏ ਨੇ, ਉਹਨੇ 40 ਗੰਜ ਰੁਪਈਆ ਜੋੜਿਆ ਹੋਇਆ ਸੀ, ਮੁਰਦਿਆਂ ਦੇ ਮੂੰਹਾਂ ਵਿੱਚੋਂ ਪੈਸੇ ਕੱਢ ਕੱਢ ਕੇ। ਉਹਨੂੰ ਵੀ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਵੀ ਪਰਜਾ ਭੁੱਖੀ ਮਰ ਰਹੀ ਹੈ, ਪਰਜਾ ਦੁਖੀ ਹੈ, ਤੇ ਤੂੰ ਮੁਰਦਿਆਂ ਦੇ ਮੂੰਹਾਂ ਵਿੱਚੋਂ ਵੀ ਪੈਸੇ ਕੱਢ ਕੱਢ ਕੇ ਜੋੜੀ ਜਾ ਰਿਹਾ ਹੈ। ਕਿਸ ਅਰਥ ਨੇ? ਕਿਉਂਕਿ ਨਾਲ ਤਾਂ ਕੁਝ ਵੀ ਨਹੀਂ ਜਾਣਾ। ਸਤਿਗੁਰੂ ਜੀ ਨੇ ਤਾਂ ਜ਼ਿਕਰ ਕੀਤਾ ਵੀ ਜਿਹੜਾ ਸਰੀਰ ਸਾਡੇ ਨਾਲ ਪੈਦਾ ਹੋਇਆ ਹੈ ਨਾ, ਇਹਨੇ ਵੀ ਆਖਰ ਨੂੰ ਸਾਡੇ ਨਾਲ ਨਹੀਂ ਜਾਣਾ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਜਿਹੜਾ ਸਰੀਰ ਨਾਲ ਪੈਦਾ ਹੋਇਆ ਸੀ, ਆਖਰ ਨੂੰ ਸਾਧ ਸੰਗਤ ਜੀ ਇਸ ਸਰੀਰ ਨੇ ਵੀ ਸਾਡੇ ਨਾਲ ਨਹੀਂ ਜਾਣਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਬਚਨ ਮੰਨ ਕੇ ਬਾਦਸ਼ਾਹ ਨੇ ਉਹ ਇਕੱਠੀ ਕੀਤੀ ਮਾਇਆ, ਪਰਜਾ ਵਿੱਚ ਵਰਤਾਈ, ਪਰਜਾ ਸੁਖੀ ਹੋਈ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਲ ਜੀਵ ਦੇ ਕਰਮ ਜਾਂਦੇ ਨੇ ਔਰ ਨਾਲ ਪਰਮੇਸ਼ਰ ਦਾ ਨਾਮ ਜਾਂਦਾ ਹੈ। ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ। ਕੋਈ ਆਪਣੇ ਕਰਮਾਂ ਕਰਕੇ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ, ਕੋਈ ਆਪਣੇ ਮਾੜੇ ਕਰਮਾਂ ਦੇ ਕਾਰਨ ਪਰਮਾਤਮਾ ਤੋਂ ਦੂਰ ਚਲੇ ਜਾਂਦਾ ਹੈ। ਪਰ ਹਜੂਰ ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ। ਚੰਗਿਆਈਆਂ ਤੇ ਬੁਰਿਆਈਆਂ ਇਹ ਧਰਮ ਰਾਜੇ ਦੀ ਹਾਜ਼ਰੀ ਵਿੱਚ ਪੜ੍ਹੀਆਂ ਜਾਂਦੀਆਂ ਨੇ ਵੀ ਇੰਨੀਆਂ ਕਿਹਨੇ ਚੰਗਿਆਈਆਂ ਕੀਤੀਆਂ ਨੇ, ਇੰਨੀਆਂ ਇਹਦੀਆਂ ਬੁਰਿਆਈਆਂ ਨੇ। ਤੋ ਸਾਧ ਸੰਗਤ ਨਾਲ ਜੀਵ ਦੇ ਕਰਮ ਜਾਂਦੇ ਨੇ
ਜੈਸੇ ਜੈਸੇ ਜੀਵ ਕਰਮ ਕਰਦਾ ਹੈ ਵੈਸਾ ਹੀ ਇਹਨੂੰ ਫਲ ਪ੍ਰਾਪਤ ਹੁੰਦਾ ਹੈ ਤੇ ਨਾਲ ਪਰਮੇਸ਼ਰ ਦਾ